ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੁਸ਼ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 48ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਬੈਰਾਗਣ ਮਹੱਲਾ ਚੌਥਾ। ਨਿਤ ਦਿਨ ਰਾਤ ਲਾਲਚ ਕਰੇ ਭਰਮੇ ਭਰਮਾਇਆ। ਵੇਗਾਰ ਫਿਰੇ ਵੇਗਾਰਿਆ ਸਿਰ ਭਾਰ ਉਠਾਇਆ। ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੰਮ ਕਰਕੇ ਕੰਮ ਹਰ ਲਾਇਆ। ਮੇਰੇ ਰਾਮ ਤੋੜ ਬੰਧਨ ਮਾਇਆ ਕਰਕੇ ਕੰਮ ਲਾਏ। ਨਿਤ ਹਰ ਹਰ ਗੁਣ ਗਾਵੇ ਹਰ ਨਾਮ ਸਮਾਏ ਰਹਾਓ। ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ। ਕੈ ਬੰਧਨ ਬੰਦੇ ਕੇ ਡਾਨ ਲੈ ਕੈ ਨਰਪਤ ਮਰ ਜਾਇਆ। ਧੰਨ ਧੰਨ ਸੇਵਾ ਸਫਲ ਸਤਿਗੁਰ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ। ਨਿਤ ਸੌਦਾ ਸੂਦ ਕੀਚੇ ਬਹੁ ਭਾਤ ਕਰ ਮਾਇਆ ਕੇ ਤਾਈ। ਜਾ ਲਾਹਾ ਦੇ ਤਾਂ ਸੁਖ ਮਨੇ ਤੋਟੇ ਮਰ ਜਾਈ। ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ। ਜਿਤਨੀ ਭੂਖ ਅਨ ਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੇ। ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੇ। ਜਾਂ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੁੱਖ ਨ ਲਾਗੇ। ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸੁਰ ਗੁਰ ਆਗੇ। ਜਾਂ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੁੱਖ ਨਾ ਲਾਗੇ। ਪਹਿਲੇ ਸ਼ਬਦ ਦੀ ਤਰ੍ਹਾਂ ਪਿਛਲੇ ਸ਼ਬਦ ਦੀ ਤਰ੍ਹਾਂ ਇਸ ਸ਼ਬਦ ਵਿੱਚ ਹੀ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜੋ ਮਨੁੱਖ ਦਿਨ ਰਾਤ ਲਾਲਚ ਕਰਦਾ ਹੈ ਜੀ ਅਤੇ ਮਾਇਆ ਦਾ ਪ੍ਰੇਰਿਆ ਹੋਇਆ ਭਰਮਾਂ ਵਿਕਾਰਾਂ ਵਿੱਚ ਭਟਕਦਾ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਉਸ ਬੇਗਾਰੀ ਵਰਗਾ ਹੈ ਜੀ ਜੋ ਬੇਗਾਰ ਦਾ ਭਾਰ ਸਿਰ ਉੱਤੇ ਚੁੱਕੀ ਫਿਰਦਾ ਹੈ ਜੀ। ਪਰ ਜੋ ਗੁਰਮੁਖ ਸਾਧਕ ਗੁਰਸ਼ਬਦ ਗੁਰਬਾਣੀ ਦੀ ਸੇਵਾ ਕਰਦਾ ਹੈ ਜੀ ਉਸ ਨੂੰ ਪਰਮੇਸ਼ਰ ਹਰ ਨੇ ਆਪਣੇ ਘਰ ਦੇ ਕੰਮ ਵਿੱਚ ਲਗਾਇਆ ਹੋਇਆ ਹੈ ਜੀ। ਭਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਕੰਮ ਸੌਂਪਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮੇਰੇ ਰਾਮ ਸਾਡੇ ਵਿਕਾਰ ਮਾਇਆ ਦੇ ਬੰਧਨ ਤੋੜ ਕੇ ਸਾਨੂੰ ਆਪਣੇ ਘਰ ਦੇ ਕੰਮਾਂ ਵਿੱਚ ਲਗਾ ਦਿਓ ਤਾਂ ਕਿ ਅਸੀਂ ਹਮੇਸ਼ਾ ਗੁਰਸ਼ਬਦ ਗੁਰਬਾਣੀ ਹਰ ਨਾਮ ਦੇ ਗੁਣ ਗਾਉਂਦੇ ਰਹੀਏ ਜੀ ਅਤੇ ਹਰ ਨਾਮ ਵਿੱਚ ਹੀ ਸਮਾ ਜਾਈਏ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮਾਇਆ ਦੀ ਪ੍ਰਾਪਤੀ ਲਈ ਕਈ ਵਿਅਕਤੀ ਕਿਸੇ ਰਾਜੇ ਮਹਾਰਾਜ ਦੀ ਨੌਕਰੀ ਕਰਦਾ ਹੈ ਅਤੇ ਕਿਸੇ ਗਲਤੀ ਕਾਰਨ ਰਾਜਾ ਉਸਨੂੰ ਬੰਦੀ ਬਣਾ ਲੈਂਦਾ ਹੈ ਜੀ ਜਾਂ ਜੁਰਮਾਨਾ ਵਸੂਲ ਕਰਦਾ ਹੈ ਜੀ ਜਾਂ ਰਾਜਾ ਖੁਦ ਮਰ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਉਸ ਵਿਅਕਤੀ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਕੁਝ ਵੀ ਹਾਸਲ ਨਹੀਂ ਹੁੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਦਾ ਓਟ ਆਸਰਾ ਲੈ ਕੇ ਕੰਮ ਕਾਜ ਕਰਦੇ ਹਨ ਉਹਨਾਂ ਨੂੰ ਹਰ ਹਾਲ ਵਿੱਚ ਕੋਈ ਫਰਕ ਨਹੀਂ ਪੈਂਦਾ ਜੀ ਅਤੇ ਗੁਰਸ਼ਬਦ ਗੁਰਬਾਣੀ ਸਤਿਗੁਰ ਦੀ ਸੇਵਾ ਸਫਲ ਅਤੇ ਧੰਤਾਯੋਗ ਹੈ ਜੀ। ਜਿਸ ਦੇ ਫਲ ਸਰੂਪ ਗੁਰਸ਼ਬਦ ਗੁਰਬਾਣੀ ਹਰ ਨਾਮ ਦਾ ਸਿਮਰਨ ਕਰਕੇ ਆਤਮਕ ਸੁਖ ਪਾਈਦਾ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ, ਮਾਇਆ ਦੀ ਪ੍ਰਾਪਤੀ ਲਈ ਮਨੁੱਖ ਨਿਤ ਕਈ ਤਰ੍ਹਾਂ ਦੇ ਵੱਖਰੇ ਵੱਖਰੇ ਵਣਜ ਵਪਾਰ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਉਹ ਨਫਾ ਦੇਵੇ ਤਾਂ ਸੁੱਖ ਮਨਾਉਂਦਾ ਹੈ ਅਤੇ ਘਾਟਾ ਪੈਣ 'ਤੇ ਮਰਿਆ ਵਰਗਾ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਲ ਗੁਣਾਂ ਦੀ ਸਾਂਝ ਪਾਉਂਦਾ ਹੈ ਜੀ, ਉਹ ਹਰ ਰੋਜ਼ ਆਤਮਕ ਸੁੱਖ ਪ੍ਰਾਪਤ ਕਰਦਾ ਹੈ ਜੀ ਅਤੇ ਆਪਣਾ ਕੰਮ ਕਾਜ ਗੁਰਸ਼ਬਦ ਗੁਰਬਾਣੀ ਦੀ ਓਟ ਆਸਰਾ ਲੈ ਕੇ ਕਰਦਾ ਹੈ ਜੀ, ਜਿਸ ਨਾਲ ਉਸ ਨੂੰ ਵਾਧਾ ਘਾਟਾ ਦੁੱਖ ਨਹੀਂ ਦਿੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨੁੱਖ ਨੂੰ ਜਿਤਨੀ ਭੁੱਖ ਹੋਰ ਰਸਾਂ ਦੇ ਸਵਾਦ ਦੀ ਹੈ, ਉਸਨੂੰ ਮਾਨਣ 'ਤੇ ਉਤਨੀ ਹੀ ਭੁੱਖ ਹੋਰ ਲੱਗਦੀ ਹੈ ਜੀ। ਭਾਵ ਉਸਦੇ ਵਿਕਾਰ ਵੱਧਦੇ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਮਨੁੱਖ ਉੱਤੇ ਪਰਮੇਸ਼ਰ ਹਰ ਆਪ ਕਿਰਪਾ ਕਰਦਾ ਹੈ ਜੀ, ਉਹ ਆਪਣਾ ਸਿਰ ਗੁਰ ਅੱਗੇ ਵੇਚ ਦਿੰਦਾ ਹੈ ਜੀ। ਭਾਵ ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਦਾ ਓਟ ਆਸਰਾ ਲੈ ਕੇ ਕੰਮ ਕਾਜ ਕਰਦਾ ਹੈ ਜੀ, ਉਹ ਫਿਰ ਸਾਰਾ ਕੁਝ ਉਸ ਗੁਰੂ 'ਤੇ ਸੁੱਟ ਦਿੰਦਾ ਹੈ ਜੀ। ਜਿਸ ਹਾਲ 'ਚ ਵੀ ਉਹ ਰੱਖੇ, ਉਸ ਹਾਲ 'ਚ ਉਹ ਖੁਸ਼ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰ ਦੇ ਪ੍ਰੇਮ ਰਸ ਨਾਲ ਉਹ ਤ੍ਰਿਪਤ ਜਾਂਦੇ ਹਨ ਜੀ, ਜਿਸ ਕਰਕੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਭੁੱਖ ਔਰ ਵਿਕਾਰ ਨਹੀਂ ਲੱਗਦੇ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਕਹਿੰਦੇ ਹਨ, ਮਾਇਆਵੀ ਕੰਮਾਂ ਵਿੱਚ ਆਪਣੇ ਆਪ ਨੂੰ ਲਗਾਉਣਾ ਬੇਕਾਰ ਵਰਗਾ ਹੈ, ਪਰ ਗੁਰਸ਼ਬਦ ਗੁਰਬਾਣੀ ਦੀ ਕੀਤੀ ਸੇਵਾ ਨਿਸ਼ਚੇ ਹੀ ਫਲਦਾਇਕ ਹੈ ਜੀ। ਫਿਰ ਗੁਰੂ ਜੀ ਦੱਸਦੇ ਹਨ, ਗੁਰਸ਼ਬਦ ਗੁਰਬਾਣੀ ਪ੍ਰਤੀ ਸੰਪਰਨ ਦੀ ਭਾਵਨਾ ਨਾਲ ਸਥਾਈ ਸੁੱਖ ਅਥਵਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਪਾਤਸ਼ਾਹ ਜੀ ਨੇ ਬੜੀਆਂ ਸੁੰਦਰ ਮਿਸਾਲਾਂ ਦੇ ਕੇ ਮਨੁੱਖ ਨੂੰ ਸਮਝਾਇਆ ਹੈ। ਜਿਵੇਂ ਕੋਈ ਰਾਜੇ ਦੀ ਸੇਵਾ ਕਰੇ, ਜੇ ਉਸ ਪਾਸੋਂ ਕੋਈ ਵੱਡੀ ਭੁੱਲ ਹੋ ਜਾਵੇ ਤਾਂ ਉਸਨੂੰ ਉਸਦੇ ਬਦਲੇ ਕੈਦ ਜਾਂ ਜੁਰਮਾਨਾ ਵੀ ਭਰਨਾ ਪੈਂਦਾ ਹੈ ਜੀ। ਜੇ ਮਾਇਆ ਦਾ ਘਾਟਾ ਪੈ ਜਾਵੇ ਤਾਂ ਬਹੁਤ ਦੁੱਖ ਹੁੰਦਾ ਹੈ ਜੀ। ਜੇ ਵਾਧਾ ਹੋਵੇ ਤਾਂ ਮਨੁੱਖ ਫੁੱਲਾਂ ਨਹੀਂ ਸਮਾਉਂਦਾ ਜੀ। ਫਿਰ ਗੁਰੂ ਜੀ ਦੱਸਦੇ ਹਨ, ਦੁਨਿਆਵੀ ਨੌਕਰੀ ਵਿੱਚ ਦੁੱਖ ਭੁੱਖ ਤੇ ਸੁੱਖ ਵਿਕਾਰ ਸਭ ਕੁਝ ਜੀਵ ਨਾਲ ਬਰਾਬਰ ਵਾਪਰਦੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਗੁਰਸ਼ਬਦ ਗੁਰਬਾਣੀ ਸਤਿਗੁਰ ਦੀ ਸੇਵਾ ਵਿੱਚ ਹਰ ਵੇਲੇ ਸਵਾਦ ਤੇ ਰਜੇਵਾਂ ਹੈ ਜੀ। ਇਸ ਲਈ ਮਨੁੱਖ ਨੂੰ ਮਾਇਆ ਦਾ ਘਾਟਾ ਵਾਧਾ ਦੀ ਪਦਾਰਥਾਂ ਦੀ ਭੁੱਖ ਨਹੀਂ ਹੁੰਦੀ ਜੀ, ਕਿਉਂਕਿ ਉਹ ਹਰ ਹਾਲਤ ਵਿੱਚ ਖੁਸ਼ ਰਹਿੰਦਾ ਹੈ ਜੀ ਅਤੇ ਉਸ ਨੂੰ ਗੁਰੂ ਦੇ ਭਾਣੇ ਦੀ ਸਮਝ ਆ ਜਾਂਦੀ ਹੈ ਜੀ ਕਿ ਇਹ ਵੀ ਗੁਰੂ ਦਾ ਭਾਣਾ ਹੈ। ਉਸਨੇ ਤੇ ਪੂਰਾ ਕੋਸ਼ਿਸ਼ ਕੀਤੀ ਹੈ ਜੀ, ਗੁਰੂ ਨੂੰ ਹਾਜ਼ਰ ਨਾਜ਼ਰ ਰੱਖਦਿਆਂ ਕੰਮ ਕੀਤੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੀਵ ਦਾ ਅਸਲੀ ਕੰਮ ਗੁਰਸ਼ਬਦ ਗੁਰਬਾਣੀ ਦੀ ਸੇਵਾ
ਅਤੇ ਸਿਮਰਨ ਹੈ। ਬਾਕੀ ਸਭ ਵਿਕਾਰ ਹਨ ਜੀ। ਭਾਵ ਸਾਨੂੰ ਗੁਰਸ਼ਬਦ ਗੁਰਬਾਣੀ ਦੀ ਓਟ ਆਸਰਾ ਲੈ ਕੇ ਰੋਜ਼ਾਨਾ ਦਾ ਕੰਮ ਕਰਨਾ ਚਾਹੀਦਾ ਹੈ ਜੀ। ਅਤੇ ਫਿਰ ਵਾਧਾ ਘਾਟਾ ਸਾਨੂੰ ਤੰਗ ਨਹੀਂ ਕਰਦਾ ਜੀ। ਅਤੇ ਅਸੀਂ ਗੁਰੂ ਦੀ ਰਜ਼ਾ, ਉਸ ਦਾ ਹੁਕਮ ਨੂੰ ਸਮਝਣ ਦੀ ਸੂਝ ਆਉਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਨਾਲ ਨਾ ਇਹ ਲੋਕ ਜੇ ਵਿਕਾਰ ਹੋਣ ਤਾਂ ਉਸ ਨਾਲ ਨਾ ਇਹ ਲੋਕ ਸੰਵਰਦਾ ਹੈ ਅਤੇ ਨਾ ਹੀ ਪਰਲੋਕ। ਸੋ ਸਿਧਾਂਤ ਇਹ ਹੈ ਕਿ ਜੋ ਜੀਵ ਇੱਕ ਵਾਰ ਗੁਰਸ਼ਬਦ ਗੁਰਬਾਣੀ ਹਰਨਾਮ ਰਸ ਵਿੱਚ ਤ੍ਰਿਪਤ ਹੋ ਜਾਂਦਾ ਹੈ ਜੀ, ਉਸ ਨੂੰ ਮੁੜ ਕੇ ਭੁੱਖ ਨਹੀਂ ਲੱਗਦੀ ਜੀ। ਭਾਵ ਗੁਰਸ਼ਬਦ ਗੁਰਬਾਣੀ ਦਾ ਓਟ ਆਸਰਾ ਲੈ ਕੇ ਇਮਾਨਦਾਰੀ ਨਾਲ ਰੋਜ਼ਾਨਾ ਦਾ ਕੰਮ ਕਰਨਾ ਚਾਹੀਦਾ ਹੈ ਜੀ, ਜੋ ਕਿ ਸਾਨੂੰ ਵਿਕਾਰਾਂ ਵਿੱਚੋਂ ਤੋਂ ਕੱਢੇਗਾ ਔਰ ਉਹ ਵਿਕਾਰ ਸਾਨੂੰ ਨਹੀਂ ਲਾਉਣ ਦੇਗਾ ਜੀ। ਅਤੇ ਅਸੀਂ ਗੁਰੂ ਦੀ ਦੱਸੀ ਰਸਤੇ 'ਤੇ ਚੱਲਣ 'ਤੇ ਸਮਰੱਥ ਹੋਵਾਂਗੇ ਜੀ। ਅਤੇ ਉਸ ਦੇ ਹੁਕਮ ਨੂੰ ਸਮਝਣ ਦੀ ਸੂਝ ਆਵੇਗੀ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।